नाउ वी विल स्टार्ट नैक्सट पार्ट। ईस्ट इंडिया कंपनी बिगिनस ट्रेड इन बंगाल। सब तो पहला ईस्ट इंडिया ने ट्रेड कित्थे स्टार्ट किया? बंगाल दे विच। द फस्ट इंग्लिश फैक्ट्री वॉज सैटअप ऑन द बैंक्स ऑफ द रिवर हुगली इन 1651। पहली इंग्लिश फैक्ट्री ठीक है इंग्लैंड के वालों लगाई गई, कित्थे लगाई गई? रिवर हुगली, जो कि कित्थे है? बंगाल दे विच। दिस वॉज द बेस फ्रॉम विच द कंपनीज ट्रेडर्स नोन एट दैट टाइम एज फैक्टर्स ऑपरेटेड। ਇਹ ਬੇਸ ਸੀਗਾ ਠੀਕ ਹੈ ਜਿਹੜਾ ਉਸ ਟਾਈਮ ਦੇ ਉੱਤੇ ਕੰਪਨੀ ਦੇ ਟਰੇਡਰ ਜਿਨ੍ਹਾਂ ਨੂੰ ਫੈਕਟਰ ਕਿਹਾ ਗਿਆ ਠੀਕ ਹੈ ਉਹਨਾਂ ਨੇ ਆਪਰੇਟ ਕੀਤਾ, ਮਤਲਬ ਉੱਥੋਂ ਆਪਣਾ ਕੰਮ ਸਟਾਰਟ ਕੀਤਾ। ਦ ਫੈਕਟਰੀ ਹੈਡ ਅ ਵੇਅਰ ਹਾਊਸ ਵੇਅਰ ਗੁੱਡਸ ਫॉर ਐਕਸਪੋਰਟ ਵਰ ਸਟੋਰਡ ਐਂਡ ਇਟ ਹੈਡ ਆਫਿਸਸ ਵੇਅਰ ਕੰਪਨੀ ਆਫੀਸ਼ੀਅਲਸ ਸੈਟ। ਮਤਲਬ ਕਿ ਉਹਨਾਂ ਦਾ ਵੇਅਰ ਹਾਊਸ ਹੁੰਦਾ ਸੀ ਜਿੱਥੇ ਮਤਲਬ ਉਹ ਆਪਣਾ ਜਿਹੜਾ ਸਮਾਨ ਗੁੱਡਸ ਆਪਣਾ ਪ੍ਰੋਡਿਊਸ ਕਰਦੇ ਸੀ ਫੈਕਟਰੀ ਤੋਂ ਉਹ ਸਟੋਰ ਕਰਦੇ ਸੀ ਅਤੇ ਉੱਥੇ ਹੀ ਆਫਿਸ ਹੁੰਦੇ ਸੀ ਜਿੱਥੇ ਕੰਪਨੀ ਮਤਲਬ ਆਪਣਾ ਰਹਿਣ ਬਸੇਰਾ ਆਪਾਂ ਕਹਿ ਸਕਦੇ ਹਾਂ ਹੈ ਨਾ, ਉੱਥੇ ਰਹਿੰਦੇ ਸੀ। ਐਜ਼ ਟਰੇਡ ਐਕਸਪੈਂਡਡ ਦਾ ਕੰਪਨੀ ਪਰਸੂਏਡਡ ਮਰਚੈਂਟਸ ਐਂਡ ਟਰੇਡਰਸ ਟੂ ਕਮ ਐਂਡ ਸੈਟਲ ਨੀਅਰ ਦਾ ਫੈਕਟਰੀ। ਜਿਵੇਂ ਜਿਵੇਂ ਵਪਾਰ ਵੱਧਦਾ ਗਿਆ ਠੀਕ ਹੈ ਕੰਪਨੀ ਨੇ ਮਰਚੈਂਟਸ ਵਪਾਰੀਆਂ ਨੂੰ ਅਤੇ ਟਰੇਡਰਸ ਨੂੰ ਠੀਕ ਹੈ ਉੱਥੇ ਜਗ੍ਹਾ ਦਿੱਤੀ ਠੀਕ ਹੈ ਜਿੱਥੇ ਆਪਣੀ ਫੈਕਟਰੀ ਦੇ ਨੇੜੇ ਤੇੜੇ, ਤਾਂ ਕਿ ਉਹਨਾਂ ਦਾ ਜਿਹੜਾ ਵਪਾਰ ਹੈ ਟਰੇਡ ਹੈ ਉਹਨਾਂ ਦਾ ਹੋਰ ਜ਼ਿਆਦਾ ਸਕਸੈਸਫੁਲ ਹੋ ਸਕੇ। ਬਾਈ 1696 ਇਟ ਬਿਗਨ ਬਿਲਡਿੰਗ ਅ ਫੋਰਟ ਅਰਾਊਂਡ ਦਾ ਸੈਟਲਮੈਂਟ। 1696 ਤੱਕ ਹੈ ਨਾ ਉਹਨਾਂ ਨੇ ਆਪਣਾ ਕਿਲ੍ਹਾ ਬਣਾਉਣਾ ਸਟਾਰਟ ਕਰਤਾ ਆਪਣੀ ਜਿਹੜੀ ਉਹ ਫੈਕਟਰੀ ਦੇ ਆਲੇ ਦੁਆਲੇ ਜਿੱਥੇ ਉਹਨਾਂ ਦੀ ਸੈਟਲਮੈਂਟ ਸੀ ਉਸ ਦੇ ਆਸੇ ਪਾਸੇ। 2 years later it bribed Mughal officials into giving the company ਜ਼ਮੀਨਦਾਰੀ ਰਾਈਟਸ ਓਵਰ 3 villages। ਮਤਲਬ 2 ਸਾਲ ਬਾਅਦ ਉਹਨਾਂ ਨੇ ਮੁਗਲ ਜਿਹੜੇ ਅਫੀਸ਼ੀਅਲਸ ਸੀਗੇ ਠੀਕ ਹੈ ਉਹਨਾਂ ਨੂੰ ਕੀ ਕੰਪੈਲ ਕੀਤਾ ਕਿ ਸਾਨੂੰ ਜਿਹੜੀ ਕੰਪਨੀ ਦੀ ਜ਼ਮੀਨਦਾਰੀ ਮਿਲੇ ਹੈ ਨਾ, ਰਾਈਟਸ ਸਾਨੂੰ ਮਿਲਣ ਠੀਕ ਹੈ ਕਿ ਅਸੀਂ ਜ਼ਮੀਨਦਾਰੀ ਕਲੈਕਟ ਕਰੀਏ। ਉਹ 3 ਪਿੰਡਾਂ ਦੀ। ਵਨ ਆਫ ਦੀਜ਼ ਵਰ ਕਾਲੀਕਟ ਵਿਚ ਲੇਟਰ ਗ੍ਰਿਊ ਇਨ ਟੂ ਦਾ ਸਿਟੀ ਆਫ ਕੈਲਕਟਾ ਔਰ ਕੋਲਕਾਤਾ ਔਰ ਐਜ਼ ਇਟ ਇਜ਼ ਨੋਨ ਟੂਡੇ। ਮਤਲਬ ਇੱਕ ਪਿੰਡ ਸੀਗਾ ਕਾਲੀਕਟਾ ਜਿਸ ਦਾ ਅੱਜ ਨੇਮ ਹੈ ਕੋਲਕਾਤਾ ਠੀਕ ਹੈ। ਇਟ ਆਲਸੋ ਪਰਸੂਏਡਡ ਦਾ ਮੁਗਲ ਐਂਪਰਰ ਔਰੰਗਜ਼ੇਬ ਟੂ ਇਸ਼ੂ ਅ ਫਰਮਾਨ ਗਰੰਟਿੰਗ ਦਾ ਕੰਪਨੀ ਦਾ ਰਾਈਟ ਟੂ ਟਰੇਡ ਡਿਊਟੀ ਫਰੀ। ਮਤਲਬ ਉਹਨਾਂ ਨੇ ਵੀ ਇੱਕ ਹੋਰ ਚੀਜ਼ ਮਤਲਬ ਮਨਵਾ ਲਈ ਹੈ ਨਾ ਕਹਿ ਕੇ ਮੁਗਲ ਐਂਪਰਰ ਔਰੰਗਜ਼ੇਬ ਤੋਂ ਕਿ ਜਿਹੜੀ ਕੰਪਨੀ ਆ ਉਸ ਨੂੰ ਡਿਊਟੀ ਫਰੀ ਮਤਲਬ ਕੋਈ ਟੈਕਸ ਨਹੀਂ ਪੇ ਕਰਨਾ ਪੈਂਦਾ ਅਤੇ ਆਪਣਾ ਟਰੇਡ ਹੈ ਜਿਹੜਾ ਉਹ ਇੱਥੇ ਆਪਣੇ ਜਿਹੜਾ ਉਸ ਦੀ ਪ੍ਰੋਵਿੰਸ ਦੇ ਵਿੱਚ ਕਰ ਸਕਦੀ ਹੈ ਠੀਕ ਹੈ। ਫਰਮਾਨ ਹੁੰਦਾ ਕੋਈ ਮਤਲਬ ਰਾਇਲ, ਇੱਥੇ ਲਿਖਿਆ ਪਿਆ ਦੇਖੋ ਰਾਇਲ ਐਡਿਕਟ ਜਾਂ ਰਾਇਲ ਆਰਡਰ, ਮਤਲਬ ਇੱਕ ਰਾਜੇ ਦੁਆਰਾ ਕੋਈ ਫਰਮਾਨ ਜਾਰੀ ਕੀਤਾ ਗਿਆ ਹੈ ਨਾ। The company tried continuously to press for more concessions and manipulate existing privileges. Aurangzeb's Farman, for instance, had granted only the company the right to trade duty free। ਮਤਲਬ ਹੋਰ ਜ਼ਿਆਦਾ ਆਪਣੀਆਂ ਜਿਹੜੀਆਂ ਸ਼ਰਤਾਂ ਨੇ ਉਹ ਕੰਪਰੈਸ ਕਰੀ ਗਏ ਹੈ ਨਾ, ਮਤਲਬ ਆਪਣੀ ਮਰਜ਼ੀ ਨਾਲ ਉਹ ਆਪਣਾ ਕੰਮ ਚਲਾਈ ਗਏ, ਜਦੋਂ ਕਿ ਉਹਨਾਂ ਕੋਲ ਸਿਰਫ ਔਰੰਗਜ਼ੇਬ ਦੇ ਫਰਮਾਨ ਦੇ ਥਰੂ ਸਿਰਫ ਡਿਊਟੀ ਫਰੀ ਟਰੇਡ ਕਰਨ ਦਾ ਅਲਾਉੈਂਸ ਸੀ ਉਹਨਾਂ ਨੂੰ ਠੀਕ ਹੈ। ਬਟ ਉਹ ਹੋਰ ਜ਼ਿਆਦਾ ਪ੍ਰੈਸ ਕੀਤਾ ਉਹਨਾਂ ਨੇ, ਆਪਣਾ ਮੈਨੂਪਲੇਟ ਕੀਤਾ, ਮਤਲਬ ਇੱਕ ਦੂਜੇ ਨੂੰ ਰਾਜੇ ਨੂੰ ਮਤਲਬ ਬਿਨਾਂ ਪਤਾ ਲੱਗੇ ਠੀਕ ਹੈ ਉਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਨਾਲ ਧੱਕਾ ਕੀਤਾ ਹੈ ਨਾ ਆਪਣਾ ਟਰੇਡ ਐਕਸਪੈਂਡ ਕਰਨ ਦੇ ਮਾਰਿਆਂ ਨੇ ਠੀਕ ਹੈ, ਐਕਸਪੈਂਡ ਕਰਨ ਦੇ ਲਈ। ਬਟ ਅਫੀਸ਼ੀਅਲਸ ਆਫ ਦ ਕੰਪਨੀ ਹੂ ਵਰ ਕੈਰਿੰਗ ਔਨ ਪ੍ਰਾਈਵੇਟ ਟਰੇਡ ਔਨ ਦਾ ਸਾਈਡ ਵਰ ਐਕਸਪੈਕਟਡ ਟੂ ਪੇ ਡਿਊਟੀ। ਪਰ ਜਿਹੜੇ ਅਫੀਸ਼ੀਅਲਸ ਕੰਪਨੀ ਦੇ ਅਫੀਸ਼ੀਅਲ ਸੀ ਠੀਕ ਹੈ ਜਿਹੜੇ ਕਿ ਪ੍ਰਾਈਵੇਟ ਟਰੇਡ ਕਰਦੇ ਸੀ ਉਹਨਾਂ ਤੋਂ ਲੈ ਕੇ ਸਮਾਨ ਅੱਗੇ ਵੇਚਦੇ ਸੀਗੇ, ਉਹ ਕੀ ਕਰਦੇ ਸੀ ਉਹ ਕੰਪਨੀ ਨੂੰ ਪੇ ਕਰਦੇ ਸੀ ਡਿਊਟੀ ਠੀਕ ਹੈ ਟੈਕਸ, ਉਹ ਕੰਪਨੀ ਨੂੰ ਤਾਂ ਪੇ ਕਰਦੀ ਪਰ ਕੰਪਨੀ ਅੱਗੇ ਰਾਜੇ ਨੂੰ ਨਹੀਂ ਪੇ ਕਰਦੀ ਸੀ। ਦਿਸ ਦੇ ਰਿਫਿਊਜ਼ਡ ਟੂ ਪੇ causing an enormous loss of revenue for Bengal। How could the ਨਵਾਬ ਆਫ ਬੰਗਾਲ ਮੁਰਸ਼ਿਦ ਕੁਲੀ ਖਾਨ ਨਾਟ ਪ੍ਰੋਟੈਸਟ। ਹੁਣ ਇਹਦੇ ਨਾਲ ਕੀ ਸੀਗਾ ਠੀਕ ਹੈ ਕੰਪਨੀ ਤੋਂ ਜਿਹੜਾ ਬੰਦਾ ਜੋ ਵੀ ਪਰਸਨ ਟਰੇਡਰ ਹੋਊਗਾ ਠੀਕ ਹੈ ਉਹ ਸਮਾਨ ਖਰੀਦ ਕੇ ਉਸ ਨੂੰ ਤਾਂ ਟੈਕਸ ਪੇ ਕਰਦਾ ਸੀ, ਬਟ ਕੰਪਨੀ ਅੱਗੇ ਜਿਹੜਾ ਉੱਥੋਂ ਦਾ ਰਾਜਾ ਸੀ ਉਹਨੂੰ ਪੇ ਨਹੀਂ ਕਰਦੀ ਸੀ। ਇਹਦੇ ਨਾਲ ਮਤਲਬ ਕਿ ਜਿਹੜਾ ਬੰਗਾਲ ਦਾ ਰੈਵਨਿਊ ਸੀ ਠੀਕ ਹੈ, ਮਤਲਬ ਰੈਵਨਿਊ ਹੁੰਦਾ ਗਾ ਬੱਚੇ ਜਿਹੜਾ ਟੈਕਸ ਪੇ ਕਰਦੀ ਹੈ ਠੀਕ ਹੈ, ਕੋਈ ਵੀ ਆਪਣੀ ਪ੍ਰਜਾ ਹੁੰਦੀ ਹੈ ਹੈ ਨਾ ਆਪਣੀ ਪਬਲਿਕ ਜਦੋਂ ਟੈਕਸ ਪੇ ਕਰਦੀ ਹੈ ਠੀਕ ਹੈ ਉਹਦੇ ਮਤਲਬ ਸਾਰੇ ਟੈਕਸ ਦੇ ਨਾਲ ਉਹ ਜਿਹੜੀ ਸਟੇਟ ਦਾ ਜਾਂ ਖਰਚਾ ਜਾਂ ਕੰਟਰੀ ਦਾ ਖਰਚਾ ਚੱਲਦਾ ਠੀਕ ਹੈ। ਉਹ ਹੁਣ ਬੰਗਾਲ ਦਾ ਜਿਹੜਾ ਰੈਵਨਿਊ ਸੀ ਉਹਦੇ ਵਿੱਚ ਘਾਟਾ ਪੈਂਦਾ ਸੀ, ਜਿਸ ਦੇ ਕਾਰਨ ਜਿਹੜਾ ਬੰਗਾਲ ਦਾ ਨਵਾਬ ਸੀ ਉਸ ਨੇ ਵਿਰੋਧ ਕੀਤਾ ਠੀਕ ਹੈ, ਪ੍ਰੋਟੈਸਟ ਕੀਤਾ ਮੁਰਸ਼ਿਦ ਕੁਲੀ ਖਾਨ ਨੇ। ਹਾਊ ਟਰੇਡ ਲੈਡ ਟੂ ਬੈਟਲਸ। ਹੁਣ ਜਿਹੜਾ ਇਹ ਵਪਾਰ ਸੀ ਠੀਕ ਹੈ ਟਰੇਡ ਸੀਗਾ ਉਹ ਲੜਾਈ ਵੱਲ ਕਿਵੇਂ ਵਧਿਆ। ਥਰੂ ਦਾ अर्ली 18th century ਦਾ ਕਨਫਲਿਕਟ ਬਿਟਵੀਨ ਦਾ ਕੰਪਨੀ ਐਂਡ ਦਾ ਨਵਾਬਸ ਆਫ ਬੰਗਾਲ ਇੰਟੈਂਸੀਫਾਈਡ। अर्ली 18th century ਮਤਲਬ 1700 ਤੋਂ ਬਾਅਦ ਠੀਕ ਹੈ ਸ਼ੁਰੂਆਤ ਦੇ ਦੌਰ ਦੇ ਵਿੱਚ ਕੀ ਹੋਇਆ ਜਿਹੜਾ ਝਗੜਾ ਸੀ ਹੈ ਨਾ ਕੰਪਨੀ ਦਾ ਅਤੇ ਬੰਗਾਲ ਦੇ ਨਵਾਬ ਦਾ ਉਹ ਹੋਰ ਜ਼ਿਆਦਾ ਵੱਧ ਗਿਆ। ਆਫਟਰ ਦਾ ਡੈਥ ਆਫ ਔਰੰਗਜ਼ੇਬ ਦਾ ਬੰਗਾਲ ਨਵਾਬਸ ਅਸਰਟਡ ਦੇਅਰ ਪਾਵਰ ਐਂਡ ਆਟੋਨੋਮੀ ਐਜ਼ ਦੇਅਰ ਰੀਜਨਲ ਪਾਵਰਸ ਵਰ ਡੂਇੰਗ ਐਟ ਦੈਟ ਟਾਈਮ। ਉਹਨਾਂ ਨੇ ਆਪਣੇ ਆਪ ਨੂੰ ਠੀਕ ਹੈ ਆਪਣਾ ਜਿਹੜਾ ਆਪਣਾ ਪਾਵਰ ਜਿਹੜੀ ਆ ਹੋਰ ਜ਼ਿਆਦਾ ਉਹ ਕਰਤੀ
ਫੋਰ ਐਗਜ਼ਾਮਪਲ ਆਪਾਂ ਕਹਿ ਹੋਰ ਜ਼ਿਆਦਾ ਵਧਾ ਲਈ ਹੈ ਨਾ ਆਪਣੀ ਪਾਵਰ। ਮਤਲਬ ਕਿ ਪਹਿਲਾਂ ਉਹਨਾਂ ਦਾ ਇੱਕ ਛੋਟੇ ਏਰੀਏ ਦੇ ਉੱਤੇ ਕਬਜ਼ਾ ਸੀ, ਠੀਕ ਹੈ। ਉਸ ਤੋਂ ਬਾਅਦ ਜਦੋਂ ਔਰੰਗਜ਼ੇਬ ਦੀ ਡੈਥ ਹੋ ਗਈ, ਉਹਨਾਂ ਨੇ ਹੋਰ ਜ਼ਿਆਦਾ ਏਰੀਏ ਦੇ ਉੱਤੇ ਕਬਜ਼ਾ ਕਰਨਾ ਸਟਾਰਟ ਕਰਤਾ, ਠੀਕ ਹੈ, ਜਿਵੇਂ ਕਿ ਮਤਲਬ ਬਾਕੀ ਰਾਜੇ ਕਰ ਰਹੇ ਸੀ, ਹੈ ਨਾ। ਮੁਰਸ਼ਿਦ ਕੁਲੀ ਖਾਨ ਵਾਸ ਫੋਲੋਡ ਬਾਈ ਅਲੀਵਰਦੀ ਖਾਨ ਐਂਡ ਦੈਨ ਸਿਰਾਜਉਦੌਲਾ ਇਜ਼ ਦਾ ਨਵਾਬ ਆਫ ਬੰਗਾਲ। ਮੁਰਸ਼ਿਦ ਕੁਲੀ ਤੋਂ ਬਾਅਦ ਮਤਲਬ ਕਿਹਨੇ ਫੋਲੋ ਕਰਨਾ ਸੀ ਉਹਨਾਂ ਨੂੰ? ਅਲੀਵਰਦੀ ਖਾਨ ਅਤੇ ਸਿਰਾਜਉਦੌਲਾ ਨੇ, ਜਿਹੜੇ ਕਿ ਨਵਾਬ ਆਫ ਬੰਗਾਲ ਮਤਲਬ ਕਿ ਬਣਨੇ ਸੀ ਉਹਨਾਂ ਤੋਂ ਬਾਅਦ। ਈਚ ਵਨ ਆਫ ਦੈਮ ਵਾਜ਼ ਸਟਰੋਂਗ ਰੂਲਰ। ਮੁਰਸ਼ਿਦ ਕੁਲੀ ਖਾਨ ਤੋਂ ਬਾਅਦ ਅਲੀਵਰਦੀ ਖਾਨ ਬਣਿਆ, ਹੈ ਨਾ, ਨਵਾਬ ਬੰਗਾਲ ਦਾ, ਅਤੇ ਉਸ ਤੋਂ ਬਾਅਦ ਕੌਣ ਬਣਿਆ? ਸਿਰਾਜਉਦੌਲਾ। ਦੋਨੇ ਜਾਣੇ ਸਟਰੋਂਗ ਰੂਲਰ ਸੀ। ਦੇ ਰਿਫਿਊਜ਼ਡ ਟੂ ਗ੍ਰਾਂਟ ਦਾ ਕੰਪਨੀ ਕੰਸੈਸ਼ਨਸ, ਡਿਮਾਂਡਡ ਲਾਰਜ ਟ੍ਰੀਬਿਊਟਸ ਫॉर ਦ ਕੰਪਨੀਜ਼ ਰਾਈਟ ਟੂ ਟ੍ਰੇਡ, ਡਿਨਾਈਡ ਇਟ ਐਨੀ ਰਾਈਟ ਟੂ ਮਿੰਟ ਕੁਆਇਨਸ ਐਂਡ ਸਟਾਪਡ ਇਟ ਫਰੋਮ ਐਕਸਟੈਂਡਿੰਗ ਇਟਸ ਫੋਰਟੀਫਿਕੇਸ਼ਨ। ਹੁਣ ਦੋਨੇ ਰਾਜਿਆਂ ਨੇ ਮਨਾ ਕਰਤਾ, ਹੈ ਨਾ, ਜਿਹੜੇ ਮੁਰਸ਼ਿਦ ਕੁਲੀ ਖਾਨ ਤੋਂ ਬਾਅਦ ਰਾਜੇ ਬਣੇ, ਹੈ ਨਾ, ਬੰਗਾਲ ਦੇ, ਅਤੇ ਉਹਨਾਂ ਨੇ ਮਨਾ ਕਰਤਾ ਕੰਪਨੀ ਨੂੰ ਕਿ ਉਹਨਾਂ ਨੂੰ ਡਿਊਟੀ ਫਰੀ ਟਰੇਡ ਕਰਨ ਤੋਂ ਵੀ ਮਨਾ ਕਰਤਾ। ਉਹਨਾਂ ਨੂੰ ਸਿੱਕੇ ਬਣਾਉਂਦੇ ਸੀ, ਠੀਕ ਹੈ, ਆਪਣੇ ਕੁਆਇਨਸ ਉਹਨਾਂ ਨੇ ਸਟਾਰਟ ਕਰਤੇ ਸੀ ਪਬਲਿਸ਼ ਕਰਨੇ। ਬ੍ਰਿਟਿਸ਼ ਇੰਡੀਆ ਜਿਹੜੀ ਈਸਟ ਇੰਡੀਆ ਕੰਪਨੀ ਆ, ਠੀਕ ਹੈ, ਉਹਨਾਂ ਨੇ ਉਹ ਵੀ ਬੰਦ ਕਰਤੇ। ਅਤੇ ਜਿਹੜੀ ਕੰਪਨੀ ਉਹ ਕਿਲ੍ਹਾਬੰਦੀ ਕਰ ਰਹੀ ਸੀ, ਠੀਕ ਹੈ, ਆਪਣੀ ਸੈਟਲਮੈਂਟ ਦੇ ਆਲੇ ਦੁਆਲੇ, ਉਹਨਾਂ ਨੇ ਉਸ ਦਾ ਵੀ ਵਿਰੋਧ ਕੀਤਾ ਅਤੇ ਉਸ ਨੂੰ ਬੰਦ ਕਰਤਾ। ਅਕਿਊਜ਼ਿੰਗ ਦਾ ਕੰਪਨੀ ਆਫ ਡਿਸੀਟ, ਦੇ ਕਲੇਮਡ ਦੈਟ ਦਾ ਕੰਪਨੀ ਵਾਜ਼ ਡਿਪਰਾਈਵਿੰਗ ਦਾ ਬੰਗਾਲ ਗਵਰਨਮੈਂਟ ਆਫ ਹਿਊਜ ਅਮਾਊਂਟਸ ਆਫ ਰੈਵਨਿਊ ਐਂਡ ਅੰਡਰਮਾਈਨਿੰਗ ਦਾ ਅਥੋਰਿਟੀ ਆਫ ਦਾ ਨਵਾਬ। ਮਤਲਬ ਉਹਨਾਂ ਨੇ ਇਹ ਇਲਜ਼ਾਮ ਲਾਏ, ਠੀਕ ਹੈ, ਕਿ ਕੰਪਨੀ ਦੀ ਵਜ੍ਹਾ ਨਾਲ ਬੰਗਾਲ ਦਾ ਜਿਹੜਾ ਰੈਵਨਿਊ ਨੂੰ ਖਤਰਾ ਹੈ, ਅਤੇ ਉਹ ਮਤਲਬ ਕਿ ਜਿਹੜਾ ਨਵਾਬ ਦੀ ਅਥੋਰਿਟੀ ਹੈ ਉਸ ਨੂੰ ਖਤਰਾ ਪੈਦਾ ਕਰ ਰਹੇ ਨੇ, ਹੈ ਨਾ। ਇਟ ਵਾਜ਼ ਰਿਫਿਊਜ਼ਿੰਗ ਟੂ ਪੇ ਟੈਕਸਿਸ, ਰਾਈਟਿੰਗ ਡਿਸਰਿਸਪੈਕਟਫੁਲ ਲੈਟਰਸ ਐਂਡ ਟਰਾਈਂਗ ਟੂ ਹਿਊਮਿਲੀਏਟ ਦਾ ਨਵਾਬ ਐਂਡ ਹਿਸ ਆਫੀਸ਼ੀਅਲਸ। ਪਰ ਕਹਿੰਦੇ ਕੰਪਨੀ ਨੇ ਕੀ ਕੀਤਾ? ਮਨਾ ਕਰਤਾ, ਹੈ ਨਾ, ਟੈਕਸ ਪੇ ਕਰਨ ਤੋਂ, ਅਤੇ ਡਿਸਰਿਸਪੈਕਟਫੁਲ ਲੈਟਰ ਮਤਲਬ ਕਿ ਗਲਤ ਸ਼ਬਦਾਵਲੀ ਵਰਤ ਕੇ, ਹੈ ਨਾ, ਰਾਜੇ ਨੂੰ ਅਤੇ ਉਸਦੇ ਅਫੀਸ਼ੀਅਲਸ ਨੂੰ ਲੈਟਰ ਲਿਖਣੇ ਸਟਾਰਟ ਕਰਤੇ, ਠੀਕ ਹੈ, ਧਮਕੀਆਂ ਦੇਣੀਆਂ ਸਟਾਰਟ ਕਰਤੀਆਂ। ਦਾ ਕੰਪਨੀ ਔਨ ਇਟਸ ਪਾਰਟ ਡਿਕਲੇਅਰਡ ਦੈਟ ਦਾ ਅਨਜਸਟ ਡਿਮਾਂਡਸ ਆਫ ਦਾ ਲੋਕਲ ਅਫੀਸ਼ੀਅਲਸ ਵਰ ਰੂਇਨਿੰਗ ਦਾ ਟਰੇਡ ਆਫ ਦਾ ਕੰਪਨੀ। ਮਤਲਬ ਕੰਪਨੀ ਨੇ ਆਪਦੇ ਬਿਹਾਫ 'ਤੇ ਡਿਕਲੇਅਰ ਕਰਤਾ ਕਿ ਜਿਹੜਾ ਲੋਕਲ ਅਫੀਸ਼ੀਅਲਸ ਨੇ, ਜਿਹੜੇ ਰਾਜੇ ਦੇ ਕਰਮਚਾਰੀ ਨੇ, ਹੈ ਨਾ, ਜਿਹੜੇ ਮਤਲਬ ਕਿ ਰਾਜੇ ਵੱਲੋਂ ਐਜ਼ ਆ ਉੱਥੇ ਅਪੁਆਇੰਟ ਕੀਤੇ ਹੋਏ ਨੇ, ਹੈ ਨਾ, ਅਫੀਸ਼ੀਅਲਸ ਜਿਹੜੇ ਹੁੰਦੇ ਨੇਗੇ, ਉਹ ਵਪਾਰ ਨੂੰ ਤਬਾਹ ਕਰ ਰਹੇ ਨੇ, ਹੈ ਨਾ, ਸਾਜ਼ਿਸ਼ਾਂ ਕਰ ਰਹੇ ਨੇ, ਜਿਸ ਦੇ ਕਾਰਨ ਜਿਹੜਾ ਟਰੇਡ ਆ ਉਹ ਸਹੀ ਤਰ੍ਹਾਂ ਨਹੀਂ ਚੱਲ ਰਿਹਾ। ਐਂਡ ਟਰੇਡ ਕੁਡ ਫਲਰਿਸ਼ ਓਨਲੀ ਇਫ ਦਾ ਡਿਊਟੀਜ਼ ਵਰ ਰਿਮੂਵਡ। ਅਤੇ ਟਰੇਡ ਸਿਰਫ ਤਾਂ ਹੀ ਚੱਲ ਸਕਦਾ ਹੈ ਜੇਕਰ ਜਿਹੜੀਆਂ ਟੈਕਸਿਸ ਨੇ ਉਹਨਾਂ ਤੋਂ ਨਿਜਾਤ ਦਵਾਈ ਜਾਵੇ ਕੰਪਨੀ ਨੂੰ। ਅਤੇ ਜੇ ਕੰਪਨੀ ਮਨਾ ਮਤਲਬ ਕਿ ਕੰਪਨੀ ਟੈਕਸ ਨਹੀਂ ਪੇ ਕਰੇਗੀ, ਠੀਕ ਹੈ, ਉਹਨਾਂ ਸਿੱਧਾ ਮਤਲਬ ਇਹ ਸੀ। ਇਟ ਵਾਜ਼ ਆਲਸੋ ਕਨਵਿੰਸਡ ਦੈਟ ਟੂ ਐਕਸਪੈਂਡ ਟਰੇਡ ਇਟ ਹੈਡ ਟੂ ਇਨਲਾਰਜ ਇਟਸ ਸੈਟਲਮੈਂਟ, ਬਾਏ ਅਪ ਵਿਲੇਜਸ ਐਂਡ ਰੀਬਿਲਡ ਇਟਸ ਫੋਰਟ। ਇਹ ਵੀ ਮਤਲਬ ਲੋਕਾਂ ਨੂੰ ਮਨਾ ਲਿਆ ਗਿਆ, ਠੀਕ ਹੈ, ਇਹ ਮਤਲਬ ਆਪਣੇ ਰਾਜੇ ਨੂੰ ਮਨਾ ਲਿਆ ਗਿਆ ਕਿ ਕਨਵਿੰਸ ਕੀਤਾ ਉਹਨਾਂ ਨੂੰ ਕਿ ਉਹਨਾਂ ਨੂੰ ਆਪਣਾ ਜਿਹੜਾ ਟਰੇਡ ਆ ਉਹ ਵਧਾਉਣ ਦੇ ਲਈ ਮਤਲਬ ਆਪਣੀ ਜਿਹੜੀ ਸੈਟਲਮੈਂਟ ਹੈ ਉਹਨੂੰ ਐਕਸਪੈਂਡ ਕਰਨਾ ਪਊਗਾ। ਫੋਰਟੀਫਿਕੇਸ਼ਨ ਮਤਲਬ ਹੋਰ ਦੁਬਾਰੇ ਆਪਣਾ ਜਿਹੜਾ ਫੋਰਟ ਆ ਉਹ ਬਿਲਡ ਕਰਨਾ ਪਊਗਾ, ਅਤੇ ਹੋਰ ਪਿੰਡਾਂ ਨੂੰ ਆਪਣੇ ਕਬਜ਼ੇ ਹੇਠ ਕਰਨਾ ਪਊਗਾ। ਦਾ ਕਨਫਲਿਕਟ ਲੈਡਸ ਟੂ ਕਨਫਰੰਟੇਸ਼ਨਸ ਐਂਡ ਫਾਈਨਲੀ ਕਲਮੀਨੇਟਡ ਇਨ ਦਾ ਫੇਮਸ ਬੈਟਲ ਆਫ ਪਲਾਸੀ। ਇਹ ਮਤਲਬ ਕਿ ਜਿਹੜਾ ਉਹਨਾਂ ਵਿਚਾਲੇ ਜਿਹੜਾ ਕਨਫਲਿਕਟ ਸੀਗਾ, ਜਿਹੜਾ ਰੌਲਾ ਸੀ, ਠੀਕ ਹੈ, ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਜਿਸ ਦੇ ਕਾਰਨ ਕੀ ਹੋਇਆ? ਬੈਟਲ ਆਫ ਪਲਾਸੀ ਹੋਇਆ, ਠੀਕ ਹੈ। ਹੁਣ ਬੈਟਲ ਆਫ ਪਲਾਸੀ ਆਪਾਂ ਪੜ੍ਹਾਂਗੇ ਨੈਕਸਟ ਵੀਡੀਓ ਦੇ ਵਿੱਚ।